ਬੰਗਲਾਦੇਸ਼ ਨੂੰ 12 ਰੁਪਏ 34 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ ਜਾ ਰਿਹਾ ਜੀ ਔਰ ਬ੍ਰਾਜ਼ੀਲ ਨੂੰ 31 ਰੁਪਏ 25 ਪੈਸੇ ਨਾਲ ਮਾਲਟਾ ਨੂੰ ਜਾ ਰਿਹਾ 25 ਰੁਪਏ 94 ਪੈਸੇ ਨਾਲ ਮੋਜ਼ਾਂਬੀਆ ਨੂੰ ਜਾ ਰਿਹਾ 29 ਰੁਪਏ 7 ਪੈਸੇ ਨਾਲ ਨੀਦਰਲੈਂਡਸ ਨੂੰ ਜਾ ਰਿਹਾ 12 ਰੁਪਏ 34 ਪੈਸੇ ਨਾਲ ਟੋਗੋ ਕੰਟਰੀ है जी इसनूं जा रहा 15 रुपये ਦੇ ਨਾਲ और टर्की ਨੂੰ जा रहा 22 रुपये 22 पैसे के हिसाब ਨਾਲ। ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਕੰਟਰੀਆਂ ਜਿਹੜੀਆਂ ਨੇ ਨਾਮ ਲਿਖਿਆ ਹੋਇਆ ਵਾ ਤੁਸੀਂ ਇਸ ਸਾਈਡ ਤੇ ਜਿਹੜਾ ਪ੍ਰਾਈਸ ਜਿਹੜਾ ਹੈਗਾ ਉਹ ਵੀ ਦੇਖ ਸਕਦੇ ਹੋ ਕਿ ਕਿੰਨਾ ਕੁ ਪ੍ਰਾਈਸ ਜਿਹੜਾ ਬਾਹਰਲੇ ਮੁਲਕਾਂ ਨੂੰ ਤੇਲ ਵੇਚਿਆ ਜਾ ਰਿਹਾ ਵਾ ਤੁਸੀਂ ਆਪ ਹਿਸਾਬ ਸਕਦੇ ਹੋ। ਬਾਹਰਲੇ ਕੰਟਰੀਆਂ ਨੂੰ ਜੇ ਤੁਸੀਂ 10 15 20 ਰੁਪਏ ਪੈਟਰੋਲ ਦਿੰਦੇ ਹੋ ਤੇ ਸਾਡੇ ਕੋਲੋਂ 30 ਲੈ ਲਓ ਜਾਂ ਇਹਨੂੰ GST ਦੇ ਐਂਬਿਟ ਦੇ ਵਿੱਚ ਲੈ ਆਓ ਆਪੇ ਹੀ ਸਸਤਾ ਹੋ ਜਾਏਗਾ। ਤੇ ਲੇਕਿਨ ਸਾਡੇ ਵਾਸਤੇ ਰੇਟ ਕੁਝ ਹੋਰ ਬਾਹਰਲੇ ਕੰਟਰੀਆਂ ਨੂੰ ਕੁਝ ਹੋਰ ਤੇ ਇਹ ਤਾਂ ਸਿੱਧੇ ਤੌਰ ਦੇ ਉੱਤੇ ਇਹ ਸਮਝ ਲਓ ਕਿ ਭਾਰਤੀ ਨਾਗਰਿਕ ਹੋਣ ਦਾ ਸਾਨੂੰ ਖਮਿਆਜਾ ਭੁਗਤਣਾ ਪੈ ਰਿਹਾ। ਅਸੀਂ ਇੱਕ ਜਜੀਆ ਕਰ ਦੇ ਰਹੇ ਹਾਂ। ਇੱਦਾਂ ਦਾ ਕਰ ਸ਼ਾਇਦ ਔਰੰਗਜ਼ੇਬ ਦੀ ਸਰਕਾਰ ਨੇ ਵੀ ਨਹੀਂ ਲਾਇਆ ਹੋਣਾ ਜਾਂ ਕਿਸੇ ਮੁਗਲ ਸ਼ਾਸਕ ਨੇ ਨਹੀਂ ਲਾਇਆ ਹੋਣਾ ਜਿੱਦਾਂ ਦੇ ਕਰ ਇਹ ਜਿਹੜੇ ਆ ਇਹ ਇਸ ਟਾਈਮ ਪ੍ਰੈਜ਼ੈਂਟ ਸੈਂਟਰ ਗਵਰਨਮੈਂਟ ਔਰ ਸਟੇਟ ਗਵਰਨਮੈਂਟ ਦੋਨਾਂ ਨੇ ਲਗਾਇਆ। ਹੁਣ ਇਹ ਦੇਖਣਾ ਕਿ ਆਪੋਜੀਸ਼ਨ ਵਾਲੀਆਂ ਪਾਰਟੀਆਂ ਕੀ ਕਰਦੀਆਂ ਕਾਂਗਰਸ ਕੀ ਕਰਦੀ ਆ ਆਮ ਆਦਮੀ ਪਾਰਟੀ ਕੀ ਕਰਦੀ ਆ ਹੁਣ ਤਾਂ ਅਕਾਲੀ ਦਲ ਵਾਲੇ ਵੀ ਇਹਨਾਂ ਨੂੰ ਛੱਡ ਗਏ ਆ ਉਹ ਕੀ ਕਰਦੇ ਆ ਇਹ ਪਾਰਟੀਆਂ ਕੀ ਕਰਦੀਆਂ ਨੇ ਜਾਂ ਹੋਰ ਜਿਹੜੀਆਂ ਅਦਰ ਸਟੇਟਸ ਦੀਆਂ ਪਾਰਟੀਆਂ ਨੇ ਉਹ ਇਸ ਗਵਰਨਮੈਂਟ ਦੇ ਖਿਲਾਫ ਕੀ ਕਹਿਣਗੀਆਂ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਤੁਹਾਨੂੰ ਦੱਸ ਦਈਏ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਜਿਹੜੇ ਰੇਟ ਵੱਧ ਰਹੇ ਨੇ ਇਹ ਆਖਿਰ ਵੱਧ ਕਿਉਂ ਹੋ ਰਹੇ ਨੇ ਕਿਸੇ ਨੇ ਜਾਣਨ ਦੀ ਕੋਸ਼ਿਸ਼ ਕੀਤੀ। ਅਸੀਂ ਆਮ ਜਨਤਾ ਹਾਂ ਆਮ ਜਨਤਾ ਇਹ ਸੋਚਦੀ ਹੈ ਕਿ ਪੈਟਰੋਲ ਤੇ ਡੀਜ਼ਲ ਦਾ ਜਿਹੜਾ ਰੇਟ ਜਿਹੜਾ ਲਗਾਤਾਰ ਵੱਧ ਰਿਹਾ ਹੈ ਕਿ ਘਟ ਜਾਊਗਾ ਲੇਕਿਨ ਕਿਸੇ ਨੇ ਸੋਚਿਆ ਕਿ ਜਿਹੜੀ ਤਮਾਮ ਜਿਹੜੀਆਂ ਹੋਰ ਕੰਟਰੀਆਂ ਨੇ ਉਹਨਾਂ ਨੂੰ ਡੀਜ਼ਲ ਤੇ ਪੈਟਰੋਲ ਕੀ ਰੇਟ ਜਾਂਦਾ ਵਾ ਇੰਡੀਆ ਨਾਲ ਦਾ ਆਪਾਂ ਕੰਪੈਰੀਜ਼ਨ ਕਰੀਏ ਤੇ ਸਾਡੇ ਹੀ ਮੁਲਕ ਦੇ ਵਿੱਚ ਡੀਜ਼ਲ ਤੇ ਪੈਟਰੋਲ ਮਹਿੰਗਾ ਕਿਉਂ। ਸਾਡੇ ਨਾਲ ਇਸ ਸਮੇਂ ਜੁੜੇ ਨੇ ਰੋਹਿਤ ਸੱਭਰਵਾਲ ਜੀ ਆਰਟੀ ਸਪੈਸ਼ਲਿਸਟ ਹੈਗੇ ਨੇ ਗੱਲਬਾਤ ਕਰੇ। ਰੋਹਿਤ ਜੀ ਤੁਹਾਡਾ ਸਪੋਕਸਮੈਨ ਟੀਵੀ 'ਚ ਦੁਬਾਰਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮਚ ਸਰ। ਥੈਂਕ ਯੂ ਜੀ। ਸਰ ਦੱਸਿਆ ਜਾਵੇ 5 ਕੰਟਰੀਆਂ 'ਚ ਪੈਟਰੋਲ ਬਹੁਤ ਸਸਤਾ ਹੈ ਤੇ 24 'ਚ ਡੀਜ਼ਲ ਬੜਾ ਸਸਤਾ ਤੇ ਹਿੰਦੁਸਤਾਨ ਦੇ ਵਿੱਚ ਹੀ ਰਹਿ ਕੇ ਹਿੰਦੁਸਤਾਨ ਨੂੰ ਹੀ ਇੰਨਾ ਮਹਿੰਗਾ ਡੀਜ਼ਲ ਤੇ ਪੈਟਰੋਲ ਹੈ। ਇਸ ਤਰ੍ਹਾਂ ਜੀ ਕਿ ਮੈਂ ਇਹਨੂੰ ਥੋੜ੍ਹਾ ਜਿਹਾ ਬਰੀਫ ਕਰਦੇ ਹਾਂ ਕਿ ਇੰਡੀਆ ਜਿਹੜਾ ਹੈ ਟੋਟਲ 29 ਕੰਟਰੀਆਂ ਨੂੰ ਪੈਟਰੋਲ ਔਰ ਡੀਜ਼ਲ ਦੋਨੋਂ ਐਕਸਪੋਰਟ ਕਰਦਾ ਇੱਥੋਂ ਭੇਜਦਾ ਆ ਜਿਹਦੇ ਵਿੱਚੋਂ 5 ਕੰਟਰੀਆਂ ਨੂੰ ਉਹ ਪੈਟਰੋਲ ਦੇ ਰਿਹਾ ਆ ਤੇ 24 ਕੰਟਰੀਆਂ ਨੂੰ ਡੀਜ਼ਲ ਦੇ ਰਿਹਾ ਆ। ਜਿਹੜੇ ਕੰਟਰੀ ਨੇ ਔਰ ਜੋ ਰੇਟ ਹੈ ਮੈਂ ਉਹ ਬੋਲੂੰਗਾ ਔਰ ਤੁਸੀਂ ਸ਼ੌਕ ਹੋ ਜਾਓਗੇ ਸੁਣ ਕੇ ਕਿ ਕਿਹੜੇ ਕੰਟਰੀ ਨੂੰ ਇੰਡੀਆ ਜਿਹੜਾ ਹੈ ਇਹ ਕਿਸ ਭਾਅ ਦੇ ਉੱਤੇ ਦੇ ਰਿਹਾ ਪੈਟਰੋਲ ਔਰ ਡੀਜ਼ਲ। ਇੱਥੇ ਤਾਂ ਆਪਾਂ ਨੂੰ ਪਤਾ ਹੀ ਹੈ ਸਾਡੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕੀ ਰੇਟ ਨੇ। ਤਾਂ ਇਹ ਇਨਫੋਰਮੇਸ਼ਨ ਮੈਂ ਲੇਟੈਸਟ ਨਵੰਬਰ 2020 ਦੀ ਇਨਫੋਰਮੇਸ਼ਨ ਮੈਨੂੰ ਥੋੜ੍ਹੀ ਦੇਰ ਪਹਿਲਾਂ ਮਤਲਬ ਮਿਲੀ ਹੈ ਇਨਫੋਰਮੇਸ਼ਨ। ਇਹ ਪਹਿਲਾਂ ਵੀ ਮੈਂ 2017 'ਚ ਮੰਗਾਈ ਸੀ। ਮੈਂ ਕਿਹਾ ਸ਼ਾਇਦ ਕੁਛ ਸੁਧਾਰ ਹੋ ਗਿਆ ਹੋਵੇ। ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਜੀ ਆਪਾਂ ਭਾਰਤ ਪੈਟਰੋਲੀਅਮ ਦੀ। ਭਾਰਤ ਪੈਟਰੋਲੀਅਮ ਦੇ ਵਿੱਚ ਬੰਗਲਾਦੇਸ਼ ਨੂੰ 12 ਰੁਪਏ 34 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ ਜਾ ਰਿਹਾ ਜੀ ਔਰ ਬ੍ਰਾਜ਼ੀਲ ਨੂੰ 31 ਰੁਪਏ 25 ਪੈਸੇ ਨਾਲ ਮਾਲਟਾ ਨੂੰ ਜਾ ਰਿਹਾ 25 ਰੁਪਏ 94 ਪੈਸੇ ਨਾਲ ਮੋਜ਼ਾਂਬੀਆ ਨੂੰ ਜਾ ਰਿਹਾ 29 ਰੁਪਏ 7 ਪੈਸੇ ਨਾਲ ਨੀਦਰਲੈਂਡਸ ਨੂੰ ਜਾ ਰਿਹਾ 12 ਰੁਪਏ 34 ਪੈਸੇ ਨਾਲ ਟੋਗੋ ਕੰਟਰੀ ਹੈ ਜੀ ਇਹਨੂੰ ਜਾ ਰਿਹਾ 15 ਰੁਪਏ ਦੇ ਨਾਲ ਔਰ ਟਰਕੀ ਨੂੰ ਜਾ ਰਿਹਾ 22 ਰੁਪਏ 22 ਪੈਸੇ ਦੇ ਹਿਸਾਬ ਨਾਲ। ਲੋਕਾਂ ਨੇ ਸਾਡੇ ਤੇ ਵਿਸ਼ਵਾਸ ਨਹੀਂ ਕਰਨਾ ਲੋਕਾਂ ਨੇ ਕਹਿਣਾ ਕਿਤੇ ਨਾ ਕਿਤੇ ਮਖੌਲ ਕਰ ਰਹੇ ਨੇ ਲੇਕਿਨ ਮੈਂ ਚਾਹੁੰਦਾ ਕਿ ਲੋਕਾਂ ਨੂੰ ਮੈਂ ਇਹ ਤਸਵੀਰ ਜਿਹੜੀ ਹੈ ਇੱਕ ਤਸਵੀਰ ਜਿਹੜੀ ਦਿਖਾ ਦਈਏ। ਤਸਵੀਰ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਤੇ ਇਹ ਤੁਸੀਂ ਦੇਖ ਸਕਦੇ ਹੋ ਇਹ ਕੰਟਰੀਆਂ ਜਿਹੜੀਆਂ ਨੇ ਨਾਮ ਲਿਖਿਆ ਹੋਇਆ ਵਾ ਤੁਸੀਂ ਇਸ ਸਾਈਡ ਤੇ ਜਿਹੜਾ ਪ੍ਰਾਈਸ ਜਿਹੜਾ ਹੈਗਾ ਉਹ ਵੀ ਦੇਖ ਸਕਦੇ ਹੋ ਕਿ ਕਿੰਨਾ ਕੁ ਪ੍ਰਾਈਸ ਜਿਹੜਾ ਬਾਹਰਲੇ ਮੁਲਕਾਂ ਨੂੰ ਤੇਲ ਵੇਚਿਆ ਜਾ ਰਿਹਾ ਵਾ ਤੁਸੀਂ ਆਪ ਹਿਸਾਬ ਸਕਦੇ ਹੋ। ਸੱਭਰਵਾਲ ਜੀ ਇਹ ਤਾਂ ਹੋ ਗਈ ਗੱਲ ਭਾਰਤ ਪੈਟਰੋਲੀਅਮ ਦੀ ਜੀ। ਤਾਂ ਦੂਜੀ ਹੈਗੀ ਮੰਗਲੁਰੂ ਰਿਫਾਈਨਰੀ ਜਿਹੜੀ ਹੈਗੀ ਹੈ
ਆਪਣਾ ਸਾਊਥ ਦੇ ਵਿੱਚ। ਇਹ ਪਹਿਲਾਂ ਤਾਂ ਜਿਹੜਾ ਡੀਜ਼ਲ ਹੈ ਵੇਚ ਰਹੇ ਆ ਬੈਲਜੀਅਮ ਨੂੰ 10 ਰੁਪਏ 75 ਪੈਸੇ ਲੀਟਰ ਦੇ ਹਿਸਾਬ ਨਾਲ, ਚਾਈਨਾ ਨੂੰ ਵੇਚ ਰਹੇ ਨੇ 10 ਰੁਪਏ 94 ਪੈਸੇ ਦੇ ਹਿਸਾਬ ਨਾਲ, ਮਲੇਸ਼ੀਆ ਨੂੰ ਦੇ ਰਹੇ ਨੇ 20 ਰੁਪਏ 46 ਪੈਸੇ ਦੇ ਹਿਸਾਬ ਨਾਲ, ਨੀਦਰਲੈਂਡਸ ਨੂੰ ਦੇ ਰਹੇ ਨੇ 12 ਰੁਪਏ 34 ਪੈਸੇ ਦੇ ਹਿਸਾਬ ਨਾਲ, ਸਿੰਗਾਪੁਰ ਨੂੰ ਦੇ ਰਹੇ ਨੇ 19 ਰੁਪਏ 6 ਪੈਸੇ ਦੇ ਹਿਸਾਬ ਨਾਲ, ਤੰਜ਼ਾਨੀਆ ਨੂੰ ਦੇ ਰਹੇ ਨੇ 14 ਰੁਪਏ 26 ਪੈਸੇ ਦੇ ਹਿਸਾਬ ਨਾਲ। ਇਹ ਹੈਗਾ ਡੀਜ਼ਲ। ਔਰ ਪੈਟਰੋਲ ਜਿਹੜਾ ਯੂਨਾਈਟਿਡ ਅਰਬ ਐਮੀਰੇਟਸ, ਇਹਨੂੰ ਇਹ 21 ਰੁਪਏ 67 ਪੈਸੇ ਦੇ ਹਿਸਾਬ ਨਾਲ ਪੈਟਰੋਲ ਦੇ ਰਹੇ ਨੇ। ਇਹ ਹੈਗੇ ਮੰਗਲੁਰੂ ਰਿਫਾਈਨਰੀ ਦੇ ਰੇਟ। ਆ ਮੈਂ ਤਸਵੀਰ ਦਿਖਾ ਰਿਹਾ ਜੀ ਤੁਹਾਨੂੰ। ਇਹ ਤਸਵੀਰ ਅਸੀਂ ਤਾਂ ਸ਼ੌਕ ਰਹਿ ਗਏ ਸੱਚਮੁੱਚ ਹੀ ਦੱਸੀਏ, ਤੇ ਇੰਨਾ ਸਸਤਾ ਜਿਹੜਾ ਤੇਲ ਹੈ ਬਾਹਰਲੀ ਕੰਟਰੀਆਂ ਦਿੱਤਾ ਜਾ ਰਿਹਾ, ਲੇਕਿਨ ਆਪਣੀ ਹੀ ਕੰਟਰੀ ਨੂੰ ਇੰਨਾ ਮਹਿੰਗਾ ਰੇਟ ਤੇ ਆਪਣੀ ਜਨਤਾ ਦੇ ਨਾਲ ਹੀ ਜਿੱਦਾਂ ਗੱਲ ਕੀਤੀ ਹੈ ਜੇਬ ਕੁਤਰੀ ਜਾ ਰਹੀ ਹੈ, ਬਾਕੀ ਕੰਟਰੀ ਨੂੰ ਕੁਝ ਕੀਤਾ ਜਾ ਰਿਹਾ। ਮੈਂ ਇਸ ਸਾਰੀ ਗੱਲ ਤੇ ਵੀ ਤੁਹਾਡੇ ਨਾਲ ਆਊਂਗਾ ਸਰ, ਮੈਂ ਕਰਦਾ ਤੁਹਾਡੇ ਨਾਲ ਗੱਲ। ਇਸ ਤੋਂ ਬਾਅਦ ਇਨਫੋਰਮੇਸ਼ਨ ਰਹਿ ਗਈ ਸੀ ਇੰਡੀਅਨ ਆਇਲ ਦੀ। ਇਹ ਹੋਇਆ ਕਿ ਸੀ 2017 ਦੇ ਵਿੱਚ ਜਦੋਂ ਮੈਂ ਇਨੀਸ਼ੀਅਲ ਇਨਫੋਰਮੇਸ਼ਨ ਮੰਗੀ ਨਾ, ਤੇ ਇਹਨਾਂ ਨੇ ਇਹ ਕਹਿ ਕੇ ਮੈਨੂੰ ਇਨਫੋਰਮੇਸ਼ਨ ਦੇਣ ਤੋਂ ਇਨਕਾਰ ਕਰਤਾ ਜੀ ਕਿ ਟ੍ਰੇਡ ਸੀਕ੍ਰੇਟ ਹੈ। ਫਿਰ ਮੈਂ ਇੱਕ ਬੜੀ ਲੰਬੀ ਲੜਾਈ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨਿਊ ਦਿੱਲੀ ਦੇ ਵਿੱਚ ਲੜੀ, ਤਾਂ ਉਹਨਾਂ ਨੇ ਸਟਰਕਚਰ ਪਾਸ ਕੀਤਾ ਕਿ ਨਹੀਂ, ਇਹ ਜਿਹੜਾ ਹੈ ਕੋਈ ਟ੍ਰੇਡ ਸੀਕ੍ਰੇਟ ਨਹੀਂ ਹੈ। ਆਹ ਆਰਡਰ ਹੈ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦੇ, ਉਹ ਦਿੱਲੀ ਦੇ, ਤੇ ਜਿਹਦੇ ਵਿੱਚ ਉਹਨਾਂ ਨੇ ਪੂਰਾ ਸਟਰਕਚਰ ਪਾਸ ਕੀਤਾ ਸੀ, ਜਿਹਦੇ 'ਚ ਉਹਨਾਂ ਨੇ ਲਿਖਿਆ ਸੀਗਾ ਕਿ ਨਹੀਂ, ਇਹ ਕੋਈ ਜਿਹੜੀ ਨਹੀਂ ਹੈਗੀ, ਟ੍ਰੇਡ ਸੀਕ੍ਰੇਟ ਨਹੀਂ ਹੈਗਾ। ਤਾਂ ਹੁਣ ਮੈਂ ਗੱਲ ਕਰ ਰਿਹਾ ਜੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ। ਇੰਡੀਅਨ ਆਇਲ ਕਾਰਪੋਰੇਸ਼ਨ ਜਿਹੜਾ ਹੈ ਉਹ ਡੀਜ਼ਲ ਦੇ ਰਿਹਾ ਅਰਜਨਟੀਨਾ ਨੂੰ 21 ਰੁਪਏ 12 ਪੈਸੇ ਦੇ ਹਿਸਾਬ ਨਾਲ ਇੰਡੀਆ ਦੇ ਰਿਹਾ। ਮਤਲਬ ਮੈਂ ਪਹਿਲਾਂ ਕਲੀਅਰ ਕਰ ਰਿਹਾ ਵੀ ਜੋ ਵੀ ਇਹ ਪ੍ਰਾਈਸਿਸ ਨੇ ਇਹ ਇੰਡੀਆ ਐਕਸਪੋਰਟ ਕਰ ਰਿਹਾ ਆ, ਠੀਕ ਹੈ। ਆਸਟ੍ਰੇਲੀਆ ਨੂੰ ਦੇ ਰਿਹਾ 21 ਰੁਪਏ 97 ਪੈਸੇ ਦੇ ਹਿਸਾਬ ਨਾਲ, ਬੰਗਲਾਦੇਸ਼ ਨੂੰ ਦੇ ਰਿਹਾ 21 ਰੁਪਏ 99 ਪੈਸੇ ਦੇ ਹਿਸਾਬ ਨਾਲ, ਬ੍ਰਾਜ਼ੀਲ ਨੂੰ 23 ਰੁਪਏ 41 ਪੈਸੇ ਦੇ ਹਿਸਾਬ ਨਾਲ, ਇਰਾਕ ਨੂੰ 23 ਰੁਪਏ 43 ਪੈਸੇ ਦੇ ਹਿਸਾਬ ਨਾਲ, ਔਰ 32 ਰੁਪਏ 47 ਪੈਸੇ ਦੇ ਹਿਸਾਬ ਨਾਲ ਮਲੇਸ਼ੀਆ ਨੂੰ, ਮੋਜ਼ਾਂਬੀਆ ਨੂੰ ਦੇ ਰਿਹਾ ਜੀ ਇਹ 21 ਰੁਪਏ 33 ਪੈਸੇ ਦੇ ਹਿਸਾਬ ਨਾਲ, 26 ਰੁਪਏ 44 ਪੈਸੇ ਦੇ ਹਿਸਾਬ ਨਾਲ ਓਮਾਨ ਨੂੰ ਦੇ ਰਿਹਾ ਜੀ, ਫਿਲੀਪੀਨਸ ਨੂੰ ਦੇ ਰਿਹਾ 23 ਰੁਪਏ 3 ਪੈਸੇ, ਸਿੰਗਾਪੁਰ ਨੂੰ ਦੇ ਰਿਹਾ 22 ਰੁਪਏ 9 ਪੈਸੇ, ਔਰ UAE ਨੂੰ ਦੇ ਰਿਹਾ 19 ਰੁਪਏ 18 ਪੈਸੇ। ਤਾਂ ਤੁਸੀਂ ਇਹ ਦੇਖ ਲਓ ਵੀ ਸਾਡੇ ਇੱਥੇ ਡੀਜ਼ਲ ਦਾ ਰੇਟ ਮੇਰੇ ਹਿਸਾਬ ਦੇ ਨਾਲ 80-85 ਰੁਪਏ ਡੀਜ਼ਲ ਦਾ ਰੇਟ ਹੋਣਾ, 85 ਰੁਪਏ ਦੇ ਕਰੀਬ ਰੇਟ ਹੈਗਾ। ਤਾਂ ਇੰਡੀਆ ਬਾਹਰਲੇ ਕੰਟਰੀਆਂ ਨੂੰ ਇਸ ਰੇਟ ਦੇ ਉੱਤੇ ਐਕਸਪੋਰਟ ਕਰ ਰਿਹਾ ਹੈ ਡੀਜ਼ਲ। ਔਰ ਹੁਣ ਗੱਲ ਪੈਟਰੋਲ ਦੀ ਕਰੀਏ, ਬੰਗਲਾਦੇਸ਼ ਜਿਹੜਾ ਸਾਡਾ ਪੜੋਸੀ ਮੁਲਕ ਆ, ਉਹਨੂੰ 23 ਰੁਪਏ 16 ਪੈਸੇ ਦੇ ਹਿਸਾਬ ਨਾਲ ਬੰਗਲਾਦੇਸ਼ ਨੂੰ ਦੇ ਰਿਹਾ ਜੀ ਇਹ। ਮਲੇਸ਼ੀਆ ਨੂੰ 16 ਰੁਪਏ 92 ਪੈਸੇ ਦੇ ਹਿਸਾਬ ਨਾਲ ਪੈਟਰੋਲ ਦੇ ਰਿਹਾ ਜੀ ਪਰ ਲੀਟਰ ਦੀ ਗੱਲ ਕਰ ਰਹੇ ਹਾਂ ਜੀ। ਔਰ ਸਿੰਗਾਪੁਰ ਨੂੰ 13 ਰੁਪਏ 48 ਪੈਸੇ ਪਰ ਲੀਟਰ ਨੂੰ, ਔਰ ਯੂਨਾਈਟਿਡ ਅਰਬ ਐਮੀਰੇਟਸ ਨੂੰ 6 ਰੁਪਏ 15 ਪੈਸੇ ਪਰ ਲੀਟਰ ਦੇ ਹਿਸਾਬ ਦੇ ਨਾਲ ਇਹ ਇੰਡੀਆ ਐਕਸਪੋਰਟ ਕਰ ਰਿਹਾ ਪੈਟਰੋਲ ਇਹਨਾਂ ਕੰਟਰੀਆਂ ਨੂੰ, ਸਾਰਿਆਂ ਨੂੰ। ਤੇ ਇਹੀ ਚੀਜ਼ ਜਿਹੜੀ ਹੈ, ਅਗਰ ਅਸੀਂ ਪੈਟਰੋਲ ਦੀ ਗੱਲ ਕਰੀਏ ਤਾਂ ਪੈਟਰੋਲ ਜਿਹੜਾ ਆ ਉਹ 90-95 ਰੁਪਏ, ਔਰ ਡੀਜ਼ਲ ਜਿਹੜਾ ਆ 84-85 ਰੁਪਏ ਮਿਲ ਰਿਹਾ ਆ। ਤੇ ਹਿੰਦੁਸਤਾਨ ਦੀ ਜਨਤਾ ਦੇ ਨਾਲ ਸਿੱਧੇ ਤੌਰ ਦੇ ਉੱਤੇ ਠੱਗੀ ਹੋ ਰਹੀ ਆ। 2017-18 'ਚ ਵੀ ਮੈਂ ਖੁਲਾਸਾ ਕੀਤਾ ਸੀ, ਤਾਂ ਮੈਂ ਸੋਚਿਆ ਵੀ ਸ਼ਾਇਦ ਕੋਈ ਵਿਪਕਸ਼ ਨੇ ਰੌਲਾ ਪਾ ਕੇ ਕੋਈ ਰੇਟ ਘਟਵਾਏ ਹੋਣਗੇ ਜਾਂ ਕੁਛ ਕੀਤਾ ਹੋਏਗਾ, ਤਾਂ ਉਦੋਂ ਵੀ ਮੀਡੀਆ ਦੇ ਵਿੱਚ ਬੜਾ ਇਹ ਚੀਜ਼ ਨੂੰ ਹਾਈਲਾਈਟ ਕੀਤਾ ਗਿਆ ਇਸ ਮੈਟਰ ਨੂੰ। ਲੇਕਿਨ ਕੀ ਹੋਇਆ ਕਿ ਇਹ ਜਿਹੜੀ ਸਾਡੀ ਮਿਹਨਤ ਹੈ ਇੱਦਾਂ ਹੀ ਰਹਿ ਗਈ, ਮਤਲਬ ਬੇਕਾਰ ਹੋ ਕੇ। ਅਤੇ ਇਹ ਦੁਬਾਰਾ ਹੁਣ ਮੈਂ ਰੇਟ ਕਢਵਾਏ ਨੇ, ਹੁਣ ਦੇਖਦੇ ਹਾਂ ਦੁਬਾਰਾ ਰੇਟ ਕਢਵਾਉਣ ਤੋਂ ਬਾਅਦ ਹੁਣ ਕੀ ਲੋਕਾਂ ਦਾ ਰਿਐਕਸ਼ਨ ਹੈ। ਇਹ ਇਨਫੋਰਮੇਸ਼ਨ ਜਦੋਂ ਤੁਹਾਡੇ ਮੀਡੀਆ ਦੇ ਵਿੱਚ ਆ ਜਾਣੀ ਹੈ, ਤੁਹਾਡੇ ਖਬਰਾਂ ਦੇ ਵਿੱਚ ਲੱਗ ਜਾਣੀ ਹੈ, ਅਤੇ ਇਹ ਸਾਰੀ ਦੇ ਸਾਰੇ ਇਨਫੋਰਮੇਸ਼ਨ ਮੈਂ ਆਪਣੇ ਫੇਸਬੁੱਕ ਦੇ ਪੇਜ ਦੇ ਉੱਤੇ ਪਾ ਦੇਣੀ। ਮੈਂ ਕੋਈ ਆਪਣੇ ਕੋਲ ਨਹੀਂ ਰੱਖਣੀ, ਮੈਂ ਫੇਸਬੁੱਕ ਦੇ ਪੇਜ ਦੇ ਉੱਤੇ ਪਾ ਦੇਣੀ ਹੈ, ਤਾਂ ਕਿ ਜਿਹੜਾ ਮਰਜ਼ੀ ਡਾਊਨਲੋਡ ਕਰਕੇ ਜਿਹੜਾ ਮਰਜ਼ੀ ਵੇਖ ਸਕੇ ਵੀ ਭਾਈ ਇਹਦੇ ਵਿੱਚ ਕੋਈ ਉਹ ਨਹੀਂ ਹੈ। ਆਹ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਵੀ ਤੁਸੀਂ ਸ਼ਾਟ ਲੈ ਲਓ ਪਲੀਜ਼।
ਜਿਹਦੇ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਜਿਹੜੇ ਥੱਲੇ ਪ੍ਰਾਈਸਿਸ ਦਿੱਤੇ ਆ ਨਾਲ। ਮੈਂ ਸਾਫ ਕਹਿਣਾ ਸਹਿਯੋਗੀ ਨੂੰ ਵੀ ਕਿ ਇੰਡੀਅਨ ਆਇਲ ਹੈ, ਉੱਤੇ ਲਿਖਿਆ ਤਸਵੀਰ ਤੁਸੀਂ ਦੇਖ ਸਕਦੇ ਹੋ ਇੰਡੀਅਨ ਆਇਲ ਦੀ। ਇਹ ਰੇਟ ਨੇ ਉਹ ਬਾਹਰਲੇ ਮੁਲਕਾਂ ਨੂੰ ਜੋ ਦਿੱਤਾ ਤੇਲ ਵੇਚਿਆ ਜਾ ਰਿਹਾ, ਕਿੰਨੇ ਸਸਤੇ ਰੇਟਾਂ ਦੇ ਵਿੱਚ ਵੇਚਿਆ ਜਾ ਰਿਹਾ। ਸੱਭਰਵਾਲ ਜੀ, ਕਾਫੀ ਸਟਰਗਲ ਵੀ ਕੀਤਾ ਤੁਸੀਂ ਆ ਸਾਰਾ ਕੁਝ ਪ੍ਰਾਪਤ ਕਰਨ ਵਾਸਤੇ, ਲੇਕਿਨ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਜਿਹੜੀ ਹੈ ਸਾਡੀ ਪੂਰੀ ਆਵਾਮ ਦੇ ਨਾਲ ਹੀ, ਜਿੰਨੀ ਵੀ ਆਪਾਂ ਭਾਰਤੀ ਜਨਤਾ ਜਿਹੜੀ ਹੈਗੀ ਆ ਉਹਨਾਂ ਕਿਤੇ ਨਾ ਕਿਤੇ ਦੋਹਰਾ ਵਿਵਹਾਰ ਕਰ ਰਹੀ, ਬਾਹਰਲੇ ਮੁਲਕਾਂ ਨੂੰ ਤੇਲ ਸਸਤਾ ਵੇਚ ਕੇ ਆਪਣੇ ਇੰਡੀਆ ਦੇ ਲੋਕਾਂ ਨੂੰ ਹੀ ਚੂਸਦੀ ਪਈ ਹੈ। ਸਾਡੇ ਲੋਕਾਂ ਦਾ ਤਾਂ ਖੂਨ ਨਿਚੋੜਿਆ ਜਾ ਰਿਹਾ ਜੀ। ਗੱਲ ਸੁਣੋ, ਬਾਹਰਲੇ ਕੰਟਰੀਆਂ ਨੂੰ ਜੇ ਤੁਸੀਂ 10 15 20 ਰੁਪਈਏ ਪੈਟਰੋਲ ਦਿੰਦੇ ਹੋ ਤੇ ਸਾਡੇ ਕੋਲੋਂ 30 ਲੈ ਲਓ, ਜਾਂ ਇਹਨੂੰ GST ਦੇ ਐਂਬਿਟ ਦੇ ਵਿੱਚ ਲੈ ਆਓ ਤਾਂ ਆਪੇ ਹੀ ਸਸਤਾ ਹੋ ਜਾਏਗਾ। ਤੇ ਲੇਕਿਨ ਸਾਡੇ ਵਾਸਤੇ ਰੇਟ ਕੁਝ ਹੋਰ, ਬਾਹਰਲੇ ਕੰਟਰੀਆਂ ਨੂੰ ਕੁਝ ਹੋਰ। ਤੇ ਇਹ ਤਾਂ ਸਿੱਧੇ ਤੌਰ ਦੇ ਉੱਤੇ ਇਹ ਸਮਝ ਲਓ ਕਿ ਭਾਰਤੀ ਨਾਗਰਿਕ ਹੋਣ ਦਾ ਸਾਨੂੰ ਖਮਿਆਜਾ ਭੁਗਤਣਾ ਪੈ ਰਿਹਾ। ਅਸੀਂ ਇਹ ਇੱਕ ਜਜੀਆ ਕਰ ਦੇ ਰਹੇ ਹਾਂ। ਐਦਾਂ ਦਾ ਕਰ ਸ਼ਾਇਦ ਔਰੰਗਜ਼ੇਬ ਦੀ ਸਰਕਾਰ ਨੇ ਵੀ ਨਹੀਂ ਲਾਇਆ ਹੋਣਾ, ਜਾਂ ਕਿਸੇ ਮੁਗਲ ਸ਼ਾਸਕ ਨੇ ਨਹੀਂ ਲਾਇਆ ਹੋਣਾ, ਜਿੱਦਾਂ ਦੇ ਕਰ ਇਹ ਜਿਹੜੇ ਆ ਇਹ ਇਸ ਟਾਈਮ ਪ੍ਰੈਜ਼ੈਂਟ ਸੈਂਟਰਲ ਗੌਰਮੈਂਟ ਔਰ ਸਟੇਟ ਗੌਰਮੈਂਟ ਦੋਨਾਂ ਨੇ ਲਗਾਏ ਹੋਏ ਨੇ। ਗੱਲ ਕੀਤੀ ਯੂਪੀ ਦੀ ਗੱਲ ਕੀਤੀ ਵੀ ਕੁਝ ਯੂਪੀ ਦੇ ਲੋਕ ਮੈਨੂੰ ਮਿਲੇ ਸੀਗੇ ਲੁਧਿਆਣਾ ਸ਼ਹਿਰ ਦੇ ਵਿੱਚ, ਕਹਿੰਦੇ ਸਾਡੇ ਨਾ ਬਾਰਡਰ ਪੈਂਦਾ ਨੇਪਾਲ, ਕਹਿੰਦੇ ਨੇਪਾਲ ਦੇ ਵਿੱਚ ਜਿਹੜਾ ਤੇਲ ਜਿਹੜਾ ਹੈਗਾ ਨਾ ਬੜਾ ਹੀ ਸਸਤਾ ਤੇਲ ਹੈਗਾ, ਕਹਿੰਦਾ ਇੰਡੀਆ ਦੇ ਨਾਲੋਂ। ਕਹਿੰਦਾ ਅਸੀਂ ਉੱਥੇ ਜਾਈਦਾ ਵਾ ਤੇ ਆਪਣੀ ਵੱਡੀਆਂ ਗੱਡੀਆਂ ਟੈਂਕੀਆਂ ਫੁੱਲ ਕਰਾ ਕੇ, ਬੋਤਲਾਂ ਵੱਡੀਆਂ ਟੈਂਕ ਜਿਹੜੇ ਹੁੰਦੇ ਨੇ ਉਹਦੇ 'ਚ ਪਵਾ ਕੇ ਲਿਆਈਦਾ ਤੇ ਇੱਥੇ ਆ ਕੇ ਵੇਚ ਦਈਦਾ, ਕਿਉਂਕਿ ਉਹਦੇ 'ਚ ਸਾਨੂੰ 25 30 ਰੁਪਏ ਬਚ ਜਾਂਦੇ ਨੇ। ਫਿਰ ਆਪਾਂ ਚਲੋ ਇਹ ਤਾਂ ਬਾਹਰਲੇ ਮੁਲਕ ਹੋ ਗਏ, ਲੇਕਿਨ ਨੇਪਾਲ ਦੇ ਵਿੱਚ ਇਹਨਾਂ ਤੇਲ ਸਸਤਾ ਕਰਤਾ, ਉੱਥੇ 20 ਰੁਪਏ ਰੇਟ ਦਾ ਫਰਕ ਹੈ ਸਰ। ਦੇਖੋ ਸਰ, ਨੈਚੁਰਲੀ ਹੋਣਾ ਹੀ ਹੈ। ਜਿੱਥੋਂ ਲੋਕਾਂ ਨੂੰ ਕਿਸੇ ਨੂੰ 2 ਪੈਸੇ ਬਚਣਗੇ, ਮੰਨ ਲਓ ਠੀਕ ਹੈ, ਹੁਣ ਬੰਦਾ ਇਹ ਸੋਚਦਾ ਵੀ ਮੈਂ ਇੱਥੋਂ ਦਿੱਲੀ ਜਾਣਾ ਹੈ, ਹਰਿਆਣੇ ਜਾ ਕੇ 2.5 3 ਰੁਪਏ ਡੀਜ਼ਲ ਪੈਟਰੋਲ ਸਸਤਾ, ਚੱਲ ਮੈਂ ਹਰਿਆਣੇ ਜਾ ਕੇ ਗੱਡੀ ਦੀ ਟੈਂਕੀ ਫੁੱਲ ਕਰਾ ਲੂੰਗਾ। ਬੰਦਾ ਕਾਮਨ ਮੈਨ ਤਾਂ ਇੱਥੋਂ ਤੱਕ ਆਪਣਾ ਜੇਬ ਸੋਚਦਾ ਮੇਰੀ ਨਾ ਕੱਟੀ ਜਾਵੇ। ਤੇ ਇਹ ਤਾਂ ਤੁਸੀਂ ਬਹੁਤ ਵੱਡੀ ਗੱਲ ਕਰ ਦਿੱਤੀ, 20 25 ਰੁਪਏ ਦੀ ਜਿਹੜੀ ਗੱਲ ਕਰ ਦਿੱਤੀ। ਤੇ ਇਹ ਤਾਂ ਸਰਕਾਰਾਂ ਦੀ ਨਾਦਰਸ਼ਾਹੀ ਹੈ ਬਿਲਕੁਲ। ਇੱਕ ਸਾਡੇ ਇੱਥੇ ਕਾਣਾ ਬਾਬਾ ਹੋਇਆ ਸੀ ਹੈਗਾ, ਤੇ ਉਹ ਵਪਾਰੀ ਜ਼ਿਆਦਾ ਤੇ ਬਾਬਾ ਘਾਟਾ। ਉਹ ਕਹਿੰਦਾ ਸੀ 30 ਰੁਪਏ ਮੇਂ ਪੈਟਰੋਲ ਮਿਲੇਗਾ। ਕਿਹੜਾ 30 ਰੁਪਏ 'ਚ ਪੈਟਰੋਲ ਮਿਲਦਾ? ਪੈਟਰੋਲ 30 ਰੁਪਏ ਦਾ ਸਾਨੂੰ, ਗੱਲ ਉਹਦੀ ਸੱਚੀ ਸੀ, ਉਹ ਮਿਲ ਵਿਦੇਸ਼ਾਂ ਨੂੰ ਰਿਹਾ ਆ। ਗੱਲ ਉਹਦੀ ਸੱਚੀ ਸੀ, ਉਹਨੂੰ ਇਹ ਸੀਗਾ ਵੀ ਦੇਣਾ ਵਿਦੇਸ਼ਾਂ ਨੂੰ ਆ, ਸਾਡੇ ਦੇਸ਼ ਵਾਸੀਆਂ ਨੂੰ ਨਹੀਂ ਦੇਣਾ ਹੈਗਾ। ਤੇ ਇੰਨੀ ਮਨ ਦੇ ਵਿੱਚ ਪੀੜਾ, ਗੁੱਸਾ ਔਰ ਰੋਸ਼ ਹੈ ਜਿਹੜਾ ਕਿ ਬਰਦਾਸ਼ਤ ਤੋਂ ਬਾਹਰ ਆ ਕਿ ਕਿੰਨੇ ਕੁ ਅਸੀਂ ਲੁੱਟੀ ਜਾਈਏ। ਮੰਨ ਲਓ ਮੈਂ ਗੱਡੀ ਦੇ ਵਿੱਚ 3000 ਰੁਪਏ ਦਾ ਡੀਜ਼ਲ ਪਵਾਇਆ, 3000 ਦਾ ਡੀਜ਼ਲ ਪਵਾਇਆ ਤਾਂ ਮੈਂ ਇਹ ਮੰਨ ਕੇ ਚੱਲੋ ਮੈਂ 2200 ਰੁਪਈਆ ਤਾਂ ਟੈਕਸੀ ਦੇ ਕੇ ਚੱਲਾਂ, 800 ਰੁਪਏ ਦੀ ਅਸਲ ਮੈਨੂੰ ਸਮਾਨ ਮਿਲਿਆ। 2200 ਰੁਪਏ ਦਾ ਮੈਂ ਖੜੇ ਟੈਕਸ ਲੈ ਲਿਆ। ਕਿੰਨੇ ਤਰ੍ਹਾਂ ਦੇ ਟੈਕਸਿਸ ਅਸੀਂ ਦਈਏ ਤੁਸੀਂ ਮੈਨੂੰ ਦੱਸੋ? GST ਦਈਏ, ਇਨਕਮ ਟੈਕਸ ਦਈਏ, ਹਰ ਚੀਜ਼ 'ਤੇ ਟੈਕਸ ਦਈਏ। ਪੈਟਰੋਲ ਦੇ ਉੱਤੇ ਔਰ ਡੀਜ਼ਲ ਦੇ ਉੱਤੇ ਤਾਂ ਤੁਸੀਂ ਹਾਹਾਕਾਰ ਹੀ ਮਚਾਤੀ, ਔਰ ਤੁਸੀਂ ਹਰ ਵਾਰੀ ਰੇਟ ਰਿਵਾਈਜ਼ ਕਰਕੇ ਇਹਨੂੰ ਤੁਸੀਂ ਪੈਟਰੋਲ ਨੂੰ 90 ਰੁਪਏ ਤੋਂ ਉੱਤੇ ਔਰ ਡੀਜ਼ਲ ਨੂੰ 80 ਰੁਪਏ ਤੋਂ ਉੱਤੇ ਲੈ ਗਏ ਹੈਗੇ ਹੋ। ਗੱਲ ਕੀਤੀ ਹੈ ਵੀ ਹੁਣ ਤੁਹਾਨੂੰ ਲੱਗਦਾ ਕਿ ਇਹ ਜਿਹੜਾ ਤੁਸੀਂ ਮੁੱਦਾ ਚੱਕਿਆ ਸੱਭਰਵਾਲ ਜੀ, ਇਹ ਜਨਤਾ ਦੀ ਹਿੱਕ ਦਾ ਮੁੱਦਾ ਵਾ। ਜਨਤਾ ਹੁਣ ਜਨਤਾ ਦੇ ਉੱਤੇ ਡਿਪੈਂਡ ਕਰਦਾ, ਕਿਉਂਕਿ ਸੱਭਰਵਾਲ ਜੀ ਤੁਸੀਂ ਤਾਂ ਕੱਢ ਕੇ ਡਿਟੇਲ ਦਿਖਾਤੀ ਹੈ। ਹੁਣ ਜਨਤਾ ਹੁਣ ਇਹ ਗੁੰਮਰਾਹ ਹੋਣ ਤੋਂ ਬਚੇਗੀ ਕਿ ਨਹੀਂ ਬਚੇਗੀ, ਉਹ ਜਨਤਾ ਦੇ ਉੱਤੇ ਡਿਪੈਂਡ ਹੈ ਕਿ 100 ਰੁਪਏ ਦੇ ਵਿੱਚ ਹੀ ਤੇਲ ਪਾਉਣਾ ਮੁਨਾਸਿਬ ਸਮਝੇਗੀ, ਕਿਉਂਕਿ ਰੇਟ ਲਿਸਟ ਸਾਡੇ ਸਾਹਮਣੇ ਹੈ। ਜਨਤਾ ਕੀ ਕਰ ਸਕਦੀ? ਡੈਮੋਕ੍ਰੇਟਿਕ ਕੰਟਰੀ, ਬਗਾਵਤ ਤਾਂ ਹੋ ਨਹੀਂ ਸਕਦੀ। ਹੁਣ ਇਹ ਦੇਖਣਾ ਕਿ ਆਪੋਜੀਸ਼ਨ ਵਾਲੀਆਂ ਪਾਰਟੀਆਂ ਕੀ ਕਰਦੀਆਂ ਨੇ। ਕਾਂਗਰਸ ਕੀ ਕਰਦੀ ਆ, ਆਮ ਆਦਮੀ ਪਾਰਟੀ ਕੀ ਕਰਦੀ ਆ, ਹੁਣ ਤਾਂ ਅਕਾਲੀ ਦਲ ਵਾਲੇ ਵੀ ਇਹਨਾਂ ਨੂੰ ਛੱਡ ਗਏ ਆ, ਉਹ ਕੀ ਕਰਦੇ ਆ, ਇਹ ਪਾਰਟੀਆਂ ਕੀ ਕਰਦੀਆਂ ਨੇ, ਜਾਂ ਹੋਰ ਜਿਹੜੀਆਂ ਅਦਰ ਸਟੇਟਸ ਦੀਆਂ ਪਾਰਟੀਆਂ ਨੇ ਉਹ ਇਸ ਗਵਰਨਮੈਂਟ ਦੇ ਖਿਲਾਫ ਕੀ ਕਹਿੰਦੀਆਂ ਨੇ ਵੀ ਤੁਸੀਂ ਬਾਹਰਲੇ ਦੇਸ਼ਾਂ ਨੂੰ ਤਾਂ ਆਹ ਰੇਟ 'ਤੇ ਦੇ ਰਹੇ ਹੋ, ਸਾਨੂੰ ਇੰਨਾ ਮਹਿੰਗਾ ਦੇ ਰਹੇ ਹੋ। ਡਾਕੂਮੈਂਟ ਅਵੇਲੇਬਲ ਨੇ, ਠੀਕ ਆ। ਮੇਰਾ ਮੋਬਾਈਲ ਨੰਬਰ 9417570000। ਅਗਰ ਕਿਸੇ ਨੂੰ ਡਾਕੂਮੈਂਟ ਚਾਹੀਦੇ ਆ ਮੈਨੂੰ ਤੁਸੀਂ ਫੋਨ ਕਰਕੇ ਜਿਹੜਾ ਡਾਕੂਮੈਂਟ ਜਿਹੜੇ ਆ ਲੈ ਸਕਦੇ ਹੋ, ਮੈਂ ਉਸੇ ਵੇਲੇ WhatsApp ਕਰ ਦਿਆਂਗਾ ਡਾਕੂਮੈਂਟ। ਇੱਕ ਸਵਾਲ ਮੇਰੇ ਜ਼ਿਹਨ ਵਿੱਚ ਆ ਰਿਹਾ, ਮੈਂ ਉਹ ਪੁੱਛਣਾ ਲਾਜ਼ਮੀ ਸਮਝੂੰਗਾ ਸੱਭਰਵਾਲ ਜੀ। ਬਾਹਰਲੇ ਕੰਟਰੀ ਦੀ ਆਪਾਂ ਡਿਟੇਲ ਕਢਾ ਲਈ ਜੀ, ਬਾਹਰਲਿਆਂ ਨੂੰ ਇਹ ਆਪਾਂ ਵੇਚ ਰਹੇ ਹਾਂ ਤੇਲ ਇੰਨੇ ਰੁਪਏ 'ਚ ਸਸਤੇ ਤੋਂ ਸਸਤਾ ਵੇਚ ਰਹੇ ਹਾਂ, ਠੀਕ ਹੈ ਜੀ। ਤੁਸੀਂ ਇਹ ਕੋਸ਼ਿਸ਼ ਕਰੋਗੇ ਕਿ ਇੰਡੀਆ ਦੇ ਵਿੱਚ ਹੀ ਤੇਲ ਇੰਨਾ ਮਹਿੰਗਾ ਕਿਉਂ ਵੇਚਿਆ ਜਾ ਰਿਹਾ? ਕਿਉਂਕਿ ਰਿਫਾਈਨਰੀਆਂ ਵੀ ਇੱਥੇ ਹੀ ਨੇ, ਇੱਥੋਂ ਹੀ ਜਿਹੜਾ ਬਾਹਰਲੇ ਮੁਲਕਾਂ 'ਚ ਵੇਚਿਆ ਜਾ ਰਿਹਾ ਵਾ। ਇੱਕ ਆਰਟੀ ਤੁਸੀਂ ਇਹਦੇ ਵੀ ਪਾਓ ਨਾ, ਦੇਖੋ ਵੀ ਸਰਕਾਰ 'ਚ ਕੀ ਖਲਬਲੀ ਮਚਦੀ, ਉਹ ਤਾਂ ਤੁਹਾਨੂੰ ਪ੍ਰੈਕਟਿਸ ਕੀ ਹੈ? ਇਹ ਬਾਹਰੋਂ ਕਰੂਡ ਆਇਲ ਮੰਗਾਉਂਦੇ ਆ, ਕਰੂਡ ਆਇਲ ਮੰਗਾ ਕੇ ਕਰੂਡ ਆਇਲ ਨੂੰ ਇਹ ਫਿਲਟਰ ਕਰਕੇ ਬਾਹਰ ਇਹ ਐਕਸਪੋਰਟ ਕਰਦੇ ਆ, ਠੀਕ ਹੈ ਨਾ।
ਉਹ ਮੰਗਾਉਂਦੇ ਪਏ ਆ, ਫਿਲਟਰ ਕਰਕੇ ਬਾਹਰ ਵੇਚ ਰਹੇ ਆ। ਹੁਣ ਸਿੰਗਾਪੁਰ ਵਰਗੇ ਕੰਟਰੀ ਜਿਹੜੇ ਹੈਗੇ ਆ, ਉਹਨਾਂ ਤੋਂ ਤਾਂ ਕਰੂਡ ਆਇਲ ਮੰਗਾ ਨਹੀਂ ਰਹੇ। ਜਿਹੜੇ ਆਹ ਤੁਹਾਡੇ ਅਰਜਨਟੀਨਾ ਵਰਗੇ ਕੰਟਰੀ ਆ, ਬੰਗਲਾਦੇਸ਼ ਵਰਗੇ ਕੰਟਰੀ ਆ, ਬ੍ਰਾਜ਼ੀਲ ਵਰਗੇ ਕੰਟਰੀ ਆ, ਇਹਨਾਂ ਤੋਂ ਤਾਂ ਕਰੂਡ ਆਇਲ ਆ ਨਹੀਂ ਰਿਹਾ। ਠੀਕ ਹੈ ਨਾ। ਤੇ ਫਿਰ ਜੇ ਉਹਨਾਂ ਨੂੰ ਇੰਨਾ ਸਸਤਾ ਦੇ ਰਹੇ ਹੈਗੇ ਆ, ਸਾਡੇ ਦੇਸ਼ 'ਚ ਜੇ ਕਰੂਡ ਆਇਲ ਘੱਟ ਨਿਕਲ ਰਿਹਾ, ਇਹਨਾਂ 'ਚ ਤਾਂ ਨਿਕਲ ਹੀ ਨਹੀਂ ਰਿਹਾ। ਠੀਕ ਹੈ ਨਾ। ਫਿਰ ਸਾਡੇ ਨਾਲ ਠੱਗੀ ਕਿਉਂ? ਮੈਂ ਤਾਂ ਕਹੂੰਗਾ ਠੱਗੀ ਹੈ। ਸਾਡੇ ਨਾਲ ਠੱਗੀ ਕਿਉਂ? ਤੁਹਾਨੂੰ ਕੋਈ ਸਿਫਾਰਿਸ਼ ਤਾਂ ਨਹੀਂ ਆਈ ਜਦੋਂ ਤੁਸੀਂ ਆਰਟੀ ਕਢਾਈ ਕਿ ਤੁਸੀਂ ਆਪਣੀ ਗੱਡੀਆਂ ਜਿੰਨੀਆਂ ਤੇਲ ਫੁੱਲ ਕਰਾ ਕੇ ਰੱਖੋ, ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ, ਲੇਕਿਨ ਤੁਸੀਂ ਇਹ ਜੰਤਰ ਨਾ ਕਰਿਓ? ਨਹੀਂ, ਇਸ ਤਰ੍ਹਾਂ ਦੇਖੋ, ਕੋਈ ਐਸੀ ਗੱਲ ਨਹੀਂ, ਕਿਸੇ ਨੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਸੰਨ 2017-18 'ਚ ਵੀ ਬੜੀ ਸੰਘਰਸ਼ ਕਰਕੇ ਇਨਫੋਰਮੇਸ਼ਨ ਲਿੱਤੀ ਸੀ। ਇਸ ਵਾਰ ਮੈਨੂੰ ਸੰਘਰਸ਼ ਨਹੀਂ ਕਰਨਾ ਪਿਆ, ਕਿਉਂਕਿ ਇੱਕ ਮੈਂ ਜ਼ਰੂਰ ਕਹੂੰਗਾ ਕਿ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਦਾ ਆਹ ਕੇਸ ਨੰਬਰ ਜ਼ਰੂਰ ਸਾਰੇ ਜਾਣੇ ਦੇਖ ਲੈਣ। ਜਿਸ ਕਿਸੇ ਨੇ ਵੀ ਇਨਫੋਰਮੇਸ਼ਨ ਲੈਣੀ ਹੈ, ਇਸ ਆਰਡਰ ਦੇ ਤਹਿਤ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੇ ਇਹ ਕਿਹਾ ਹੋਇਆ ਹੈ ਕਿ ਇਹ ਕੋਈ ਇਹ ਕਹਿੰਦੇ ਜੀ ਇਹ ਸਾਡੀ ਬਿਜ਼ਨਸ ਦੀ ਸੂਚਨਾ ਹੈ ਜਾਂ ਸਾਡੀ ਇਹ ਵਪਾਰਿਕ ਸੂਚਨਾ ਹੈ। ਕੋਈ ਵਪਾਰਿਕ ਸੂਚਨਾ ਨਹੀਂ ਹੈ। ਇਹ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ ਨੇ ਮੇਰੇ ਕੇਸ ਦੇ ਵਿੱਚ ਸਟਰਕਚਰ ਪਾਸ ਕੀਤਾ, ਔਰ ਜਦੋਂ ਮੈਂ ਇਹ RTI ਲਗਾਈ ਤਾਂ ਮੈਂ ਆਰਡਰਾਂ ਦੀ ਕਾਪੀ ਨਾਲ ਲਗਾਈ ਕਿ ਭਾਈ ਇਹ ਤੁਸੀਂ ਹੁਣ ਦੁਬਾਰਾ ਇਹ ਸਟੈਂਡ ਲੈ ਨਹੀਂ ਸਕਦੇ, ਕਿਉਂਕਿ ਕਲੀਅਰ ਹੋਇਆ। ਕਿਉਂਕਿ ਜਾਂ ਤਾਂ ਇਹ ਇਹਨੂੰ ਆਰਡਰ ਨੂੰ ਚੈਲੰਜ ਕਰਦੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ, ਆਰਡਰ ਚੈਲੰਜ ਨਹੀਂ ਕੀਤਾ, ਵਕਤ ਨਿਕਲ ਗਿਆ। ਦੈਨ ਮੈਂ ਦੁਬਾਰਾ ਐਪਲੀਕੇਸ਼ਨ ਫਾਈਲ ਕਰਕੇ ਦੁਬਾਰਾ ਇਨਫੋਰਮੇਸ਼ਨ ਮੰਗ ਲਈ। ਦੁਬਾਰਾ ਇਨਫੋਰਮੇਸ਼ਨ ਮੰਗੀ ਹੈ ਤਾਂ ਆਹ ਹਾਲਾਤ ਹੈ। ਹੁਣ ਅੱਜ ਦੀ 2021 ਫਰਵਰੀ ਦੇ ਅਗਰ ਕੋਈ ਹਾਲਾਤ ਲੈਣਾ ਚਾਹੁੰਦਾ ਹੈ ਤਾਂ ਆਲ ਓਵਰ ਇੰਡੀਆ ਦੇ ਵਿੱਚੋਂ ਕੋਈ ਵੀ ਐਪਲੀਕੇਸ਼ਨ ਫਾਈਲ ਕਰਕੇ ਲੈ ਸਕਦਾ ਆ। ਲੇਕਿਨ ਹੁਣ ਤੁਸੀਂ ਖਬਰ ਲੱਗਣ ਤੋਂ ਬਾਅਦ ਹੁਣ ਆਪਣੇ ਅਫੀਸ਼ੀਅਲ ਜਿਹੜਾ ਫੇਸਬੁੱਕ ਪੇਜ ਹੈ ਤੁਹਾਡਾ, ਤੁਸੀਂ ਉੱਤੇ ਇਹ ਸਾਰੀ ਚੀਜ਼ ਜਿਹੜੀ ਹੈਗੀ ਪਾ ਦੂੰਗੇ? ਬਿਲਕੁਲ ਪਾਊਂਗਾ ਜੀ। ਕੱਲਾ ਪੇਜ ਸਕੈਨ ਕਰਕੇ 3 ਵੱਖਰੀਆਂ ਫਾਈਲਾਂ ਪੈਣਗੀਆਂ। ਇੱਕ ਮੈਂਗਲੁਰੂ ਰਿਫਾਈਨਰੀ ਦੀ ਪਏਗੀ, ਇੱਕ ਭਾਰਤ ਪੈਟਰੋਲੀਅਮ ਦੀ ਪਏਗੀ, ਇੱਕ ਇੰਡੀਅਨ ਆਇਲ ਦੀ ਪਏਗੀ। ਦੇ ਵੱਖਰੀਆਂ ਪੈਣਗੀਆਂ ਜੀ। ਬਹੁਤ ਸ਼ੁਕਰੀਆ ਰੋਹਿਤ ਜੀ। ਇਹ ਸਾਡੇ ਨਾਲ ਰੋਹਿਤ ਸੱਭਰਵਾਲ ਜੀ ਸੀਗੇ, IT ਸਪੈਸ਼ਲਿਸਟ ਨੇ। ਤੁਹਾਨੂੰ ਤਸਵੀਰਾਂ ਅਸੀਂ ਵੀ ਪਹਿਲੇ ਜਦੋਂ ਸਾਨੂੰ ਸੱਭਰਵਾਲ ਜੀ ਨੇ ਬੁਲਾਇਆ ਸੀਗਾ ਤੇ ਸਾਨੂੰ ਦੱਸਿਆ ਕਿ ਪੈਟਰੋਲ ਦੇ ਜਿਹੜੇ ਰੇਟ ਨੇ ਬਾਹਰਲੇ ਮੁਲਕਾਂ ਨੂੰ ਇਹ ਰੇਟ ਜਿਹੜਾ ਹੈਗਾ ਭਾਰਤ ਦੇ ਰਿਹਾ ਵਾ, ਲੇਕਿਨ ਜਦੋਂ ਅਸੀਂ ਇੱਥੇ ਆ ਕੇ ਪਹੁੰਚੇ ਤਾਂ ਰੇਟ ਜਿਹੜਾ ਦੇਖਿਆ ਉਹ ਹੈਰਾਨ ਕਰਨ ਵਾਲਾ ਸੀਗਾ। ਅਸੀਂ ਤਾਰੀਫ ਵੀ ਕਰਦੇ ਹਾਂ ਰੋਹਿਤ ਸੱਭਰਵਾਲ ਜੀ, ਜੋ ਲੋਕਾਂ ਦੇ ਹਿੱਤਾਂ ਦੀ ਜਿਹੜੀ ਗੱਲ ਹੈ ਲਗਾਤਾਰ RTI ਦੇ ਜ਼ਰੀਏ ਮੰਗਵਾਉਂਦੇ ਨੇ ਤੇ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ। ਹੁਣ ਲੋਕਾਂ ਨੂੰ ਵੀ ਥੋੜ੍ਹਾ ਸਮਝਣਾ ਚਾਹੀਦਾ ਜਾਂ ਜਿਹੜੀ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਚਾਹੀਦਾ ਕਿ ਕੇਂਦਰੀ ਸਰਕਾਰ ਤੇ ਕੋਈ ਨਾ ਕੋਈ ਦਬਾਅ ਪਾਇਆ ਜਾਵੇ ਤਾਂ ਕਿ ਆਮ ਜਨਤਾ ਦੀ ਪੋਕਟ ਜਿਹੜੀ ਹੈਗੀ ਕੱਟਦੀ ਪਈ ਹੈ, ਮਹਿੰਗਾਈ ਦੀ ਜਿਹੜੀ ਦਰ ਵੱਧਦੀ ਜਾ ਰਹੀ ਹੈ। ਬਾਹਰ ਤਾਂ ਤੁਸੀਂ 12 ਰੁਪਏ ਤੱਕ ਦਾ ਤੇਲ ਦੇ ਰਹੇ ਹੋ ਤੇ ਤੁਸੀਂ ਆਪਣੀ ਇੰਡੀਆ ਦੇ ਵਿੱਚ ਦੀ ਗੱਲ ਕੀਤੀ ਜਾਵੇ 92 ਰੁਪਏ ਕੁਝ ਪੈਸੇ ਦਾ ਜਿਹੜਾ ਹੈ ਪੈਟਰੋਲ ਵੇਚ ਰਹੇ ਹੋ। ਡੀਜ਼ਲ ਦੀ ਗੱਲ ਕਰੀ 84 ਤੋਂ 85 ਰੁਪਏ ਜਿਹੜਾ ਹੈਗਾ ਡੀਜ਼ਲ ਦੇ ਰਹੇ ਹੋ। ਹੁਣ ਕੁਛ ਤਾਂ ਕੁਛ ਹੁਣ ਤੁਹਾਨੂੰ ਸਰਕਾਰਾਂ ਦੂਜੀਆਂ ਨੂੰ ਓਪੋਜੀਸ਼ਨ ਪਾਰਟੀਆਂ ਨੂੰ ਹੀ ਕਰਨਾ ਪੈਣਾ, ਕਿਉਂਕਿ ਜਿਹੜੀਆਂ ਪਾਰਟੀਆਂ ਜਿਹੜੀਆਂ ਬੈਠੀਆਂ ਹੋਈਆਂ ਨੇ ਉਹ ਵਿਰੋਧ ਕਰਨਗੀਆਂ ਤਾਂ ਹੀ ਕੇਂਦਰ ਸਰਕਾਰ ਤੇ ਕੋਈ ਸਿਰ ਤੇ ਜੂ ਸਰਕੂਗੀ। ਲੁਧਿਆਣਾ ਤੋਂ ਦੀਪਕ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ TV।